ਇੱਥੇ ਇਕੱਠੇ ਹੋਏ ਹਾਂ ਔਰ ਵੋਟ ਦੇ ਅਧਿਕਾਰ ਬਾਰੇ ਤੁਹਾਨੂੰ ਅਵੇਅਰਨੈਸ ਦੇਣ ਦੀ ਲਈ ਇੱਥੇ ਇਹ ਸਮਾਗਮ ਕੀਤਾ ਜਾ ਰਿਹਾ ਹੈ। ਮੈਨੂੰ ਬਹੁਤ ਵਧੀਆ ਲੱਗਿਆ, ਬਹੁਤ ਚੰਗਾ ਲੱਗਿਆ ਕਿ ਮੇਰੇ ਵਿਦਿਆਰਥੀ ਜਿਨ੍ਹਾਂ ਨੇ ਆਪਣੇ ਵਿਚਾਰ ਵੋਟਰ ਦਿਵਸ ਦੇ ਪ੍ਰਤੀ ਦਿੱਤੇ ਬਹੁਤ ਅਵੇਅਰਡ ਨੇ। ਇੱਥੋਂ ਪਤਾ ਚੱਲਦਾ ਹੈ ਕਿ ਸਾਡੇ ਵਿਦਿਆਰਥੀਆਂ ਦੀ ਸਮਝ ਸਾਡੇ ਸਮਾਜ ਲਈ ਕਾਫੀ ਉੱਚੀ ਹੈ। ਜਿਹੜੀ ਵੋਟਰ ਦਿਵਸ ਦੀ ਪ੍ਰਥਾ ਚਲਾਈ ਗਈ ਡਾਕਟਰ ਮਨਮੋਹਨ ਸਿੰਘ ਜੀ ਵੱਲੋਂ, ਉਹ ਇੱਕ ਅਵੇਅਰਨੈਸ ਸੀਗੀ, ਕਿਉਂਕਿ ਸਾਡੇ ਜਿਹੜੇ ਲੋਕ ਨੇ ਉਹ ਆਪਣੇ ਵੋਟ ਦੀ ਇੰਪੋਰਟੈਂਸ ਨੂੰ ਸਮਝਦੇ ਨਹੀਂ। ਡੈਮੋਕ੍ਰੇਸੀ ਜਿਹੜੀ ਦਾ ਰੀਅਲ ਮੀਨਿੰਗ ਜਿਹੜਾ ਹੈ ਉਹ ਹੈ ਆਫ ਦੀ ਪੀਪਲ, ਬਾਈ ਦੀ ਪੀਪਲ ਐਂਡ ਫਾਰ ਦੀ ਪੀਪਲ। ਮੀਨਸ ਲੋਕਾਂ ਦੁਆਰਾ, ਲੋਕਾਂ ਲਈ ਐਂਡ ਲੋਕਾਂ ਨੇ ਹੀ ਇਸ ਨੂੰ ਆਪਣੇ ਪ੍ਰਤੀਨਿਧਾਂ ਨੂੰ ਚੁਣਨਾ ਹੈ। ਲੇਕਿਨ ਅਸੀਂ ਇੰਨੇ ਅਵੇਸਲੇ ਹੋ ਜਾਂਦੇ ਹਾਂ, ਵੋਟਰ ਦੇ ਦੀ ਛੁੱਟੀ ਦਾ ਆਨੰਦ ਮਾਣਦੇ ਹਾਂ, ਇੰਨੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਕਿ ਅੱਜ ਜਿਹੜੀ ਮੈਨੂੰ ਛੁੱਟੀ ਮਿਲੀ ਹੈ ਉਹ ਇੱਕ ਡਿਊਟੀ, ਬਹੁਤ ਇੰਪੋਰਟੈਂਟ ਡਿਊਟੀ ਨਿਭਾਉਣ ਲਈ ਮਿਲੀ ਹੈ। ਅਸੀਂ ਘਰੇ ਆਪਣੇ ਕੰਮਾਂ 'ਚ, ਆਪਣੇ ਹੋਰ ਰੁਝੇਵਿਆਂ 'ਚ ਜਾਂ ਆਪਣੇ ਬਿਜ਼ਨਸ 'ਚ ਜਾਂ ਕਿਸੇ ਹੋਰ ਗੱਲ 'ਚ ਮਸਰੂਫ ਰਹਿੰਦੇ ਹਾਂ। ਇਸ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਕਿ ਜਿਸ ਮਕਸਦ ਲਈ ਅੱਜ ਸਾਨੂੰ ਛੁੱਟੀ ਦਿੱਤੀ ਗਈ ਸਰਕਾਰ ਵੱਲੋਂ, ਉਸ ਦੀ ਡਿਊਟੀ ਨਿਭਾਉਣੀ ਵੀ ਸਾਡਾ ਫਰਜ਼ ਹੈ। ਔਰ ਜਦੋਂ ਅਸੀਂ ਆਪਣੀ ਡਿਊਟੀ ਨਹੀਂ ਨਿਭਾਉਂਦੇ ਤਾਂ ਫਿਰ ਸਾਡੇ ਜਿਹੜੇ ਪ੍ਰਤੀਨਿਧੀ ਨੇ ਉਹ ਵੀ ਉਸ ਤਰ੍ਹਾਂ ਦੇ ਚੁਣੇ ਜਾਂਦੇ ਨੇ ਜਿਹੜੇ ਮੈਨੂਪੂਲੇਟ ਕਰ ਲੈਂਦੇ ਨੇ ਸਿਚੁਏਸ਼ਨਸ ਨੂੰ, ਚਾਹੇ ਉਹ ਪੈਸੇ ਦੀ ਪਾਵਰ ਨਾਲ, ਚਾਹੇ ਜਿਸ ਤਰ੍ਹਾਂ ਵਿਦਿਆਰਥੀਆਂ ਨੇ ਦੱਸਿਆ ਲੀਫਰ ਦੀ ਪਾਵਰ ਨਾਲ, ਜਾਂ ਹੋਰ ਧਰਮ ਦਾ ਆਸਰਾ ਲੈ ਕੇ ਜਾਂ ਜਾਤ ਪਾਤ ਦਾ ਆਸਰਾ ਲੈ ਕੇ। ਇਹ ਸਾਰੀਆਂ ਹੀ ਪਾਰਟੀਆਂ, ਇਹ ਇੱਕ ਪਾਰਟੀ ਦੀ ਗੱਲ ਨਹੀਂ ਹੈ। ਆਲਮੋਸਟ ਆਲ ਦੀ ਪਾਰਟੀਜ਼ ਆਰ ਸੇਲਿੰਗ ਇਨ ਦ ਸੇਮ ਬੋਟ। ਬਿਫੋਰ ਡਿਸਾਈਡਿੰਗ a candidate for the particular constituency, पूरा एक वेल डिफाइंड सर्वे किया जाता है कि उस किस जात के लोगों की गिनती वध है। ये ध्यान नहीं दिता जाता कि इस इलाके विच कौन सब तो बुद्धिजीवी है, कौन सानू वधिया गाइड कर सकता है। लेकिन असी कास्ट के सिर ते, रिलीजन के सिर ते या गिनती के आधार पर ऐसा बंदा खड़ा करते हैं जिदे जितन के चांसेस ज़्यादा बन जाए। मकसद किस तरह असी इस पार्लीमेंट्री सीट नूं या विधान सभा की सीट नूं जित के अपनी पार्टी का इस देश के उत्ते या प्रदेश के उत्ते कब्जा कर लईए। अगे जिहड़ी राजनीति सी, लोग वो आउंदे सीगे जिहड़े कहंदे सी मैं हुण संपन्न हाँ, मैं अपने परिवार लिए बहुत काम कर लिया, हुण मैं देश सेवा करनी चाहना, मैं समाज सेवा करना चाहना। तो वो बिना किसी लालच तो, बिना किसी स्वार्थ तो लोगों लिए समर्पित हुंदे सीगे, दिन रात उन्हां दी बैटरमेंट लई काम करते सी। ना कि असी जो अज दे समाज में देख रहे हैं कि हर कोई पहला पैसे खर्चता है वध तो वध, जिन्ना एक सैंक्शनड बजट परमिट कर दे या सरकार भी इस तो वध नहीं खर्च कर सकते, उस नालों कई गुना वध असी खर्च करते हैं। तो फिर उस खर्चे नूं एज एन इन्वेस्टमेंट मानते हुए उहदियां रिटर्नस के बारे सोचते हैं कि मैं यार इन्ने पैसे ला के इलैक्शन जितया, हुण मैनूं की फायदा होया।
ਸੋ ਸਰਕਾਰ ਨੇ ਆਪਣੇ ਵੱਲੋਂ ਵੋਟਰ ਏਜ ਨੂੰ ਘਟਾ ਕੇ 21 ਸਾਲ ਤੋਂ 18 ਸਾਲ ਮੀਨਸ ਮੋਰ ਐਮਪਾਵਰਡ ਕੀਤਾ ਤੁਹਾਨੂੰ ਲੋਕਾਂ ਨੂੰ ਕਿ ਜ਼ਿਆਦਾ ਨੌਜਵਾਨ ਬੱਚੇ ਆਪਣੇ ਦੇਸ਼ ਦੇ ਭਵਿੱਖ ਬਾਰੇ ਸੋਚ ਸਕਣ। ਲੇਕਿਨ ਕੀ ਤੁਸੀਂ ਕਦੀ ਆਪਣੇ ਆਪ ਨੂੰ ਇਸ ਦੇ ਲਾਇਕ ਸਮਝਿਆ ਕਿ ਯੈਸ ਆਈ ਵਿਲ ਚੂਜ਼ ਮਾਈ ਲੀਡਰ? ਅਸੀਂ ਕਿਸ ਆਧਾਰ ਤੇ ਮੇਰੇ ਪੁੱਤਰ ਵੋਟ ਪਾਇਆ ਨਾ? ਜਿੱਥੇ ਮੰਮਾ ਨੇ ਕਹਿਤਾ, ਜਿੱਥੇ ਪਾਪਾ ਨੇ ਕਹਿਤਾ, ਜਾਂ ਜਿਹੜੀ ਪਾਰਟੀ ਨੂੰ ਸਾਡਾ ਮਹੱਲਾ, ਮਤਲਬ ਇੰਡੀਵਿਜੂਅਲੀ ਅਸੀਂ ਇਸ ਗੱਲ ਨੂੰ ਸੋਚਦੇ ਹੀ ਨਹੀਂ ਕਿ ਯਾਰ ਆਹ 4 ਕੈਂਡੀਡੇਟ ਨੇ, ਇਹਦੀ ਆਹ ਕੁਆਲੀਫਿਕੇਸ਼ਨ ਹੈ, ਇਹਦੀ ਆਹ ਖਾਸੀਅਤ ਹੈ। ਮੀਨਸ ਵਿਦਾਊਟ ਗੋਇੰਗ ਇਨਟੂ ਦਾ ਡਿਟੇਲਸ ਆਫ ਦੀ ਕੈਂਡੀਡੇਟ ਅਸੀਂ ਪਾਰਟੀ ਦੇ ਆਧਾਰ ਤੇ ਜਾਂ ਮਜ਼ਹਬ ਦੇ ਆਧਾਰ ਤੇ ਜਾਂ ਧਰਮ ਦੇ ਆਧਾਰ ਤੇ ਆਪਣੀ ਵੋਟ ਦਾ ਯੂਜ਼ ਕਰ ਲੈਂਦੇ ਹਾਂ। ਔਰ ਫਿਰ ਅਸੀਂ ਬਾਅਦ ਚੋਂ ਕ੍ਰਿਬ ਕਰਦੇ ਹਾਂ ਜਦੋਂ ਉਹ ਡਿਲੀਵਰ ਨਹੀਂ ਕਰਦੇ ਪ੍ਰੋਪਰ, ਜਾਂ ਉਹ ਸਾਡੀਆਂ ਗੱਲਾਂ ਨੂੰ ਪੂਰੀਆਂ ਨਹੀਂ ਕਰਦੇ, ਜਾਂ ਉਹ ਆਪਣੇ ਨਿਭਾਏ ਗਏ ਵਾਅਦਿਆਂ ਨੂੰ ਪੂਰੇ ਨਹੀਂ ਕਰਦੇ। ਉਹ ਸਾਨੂੰ ਲਾਲਚ ਲੋਭ ਦੇ ਕੇ ਕਿ ਮੈਂ ਤੁਹਾਡੀਆਂ ਆਹ ਕੰਮ ਕਰ ਦੂੰਗਾ, ਤੁਹਾਨੂੰ ਇੰਨੀਆਂ ਫੈਸਿਲਿਟੀਜ਼ ਦੇ ਦੂੰਗਾ, ਵਾਅਦੇ ਵੱਡੇ ਵੱਡੇ ਕਰਦੇ ਨੇ। ਲੇਕਿਨ ਜਦੋਂ ਜਿੱਤਣ ਤੋਂ ਬਾਅਦ ਲੋਕ ਉਹਨਾਂ ਨੂੰ ਵਾਅਦੇ ਯਾਦ ਕਰਾਉਂਦੇ ਨੇ ਤਾਂ ਉਹ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਸਮਰੱਥ ਹੀ ਨਹੀਂ ਹੁੰਦੇ, ਜਾਂ ਉਹਨਾਂ ਦੀ ਐਸੀ ਸੋਚ ਨਹੀਂ ਰਹਿੰਦੀ ਕਿ ਅਸੀਂ ਤਾਂ ਵਾਅਦੇ ਇਸ ਕਰਕੇ ਕੀਤੇ ਸੀਗੇ ਕਿ ਭਾਈ ਆਪਣੀਆਂ ਵੋਟਾਂ ਲੈਣੀਆਂ ਸੀ। ਉਸ ਤੋਂ ਬਾਅਦ ਲੋਕਾਂ ਦੇ ਬਾਰੇ ਜਾਂ ਲੋਕਾਂ ਨਾਲ ਕੀਤੇ ਵਾਅਦੇ ਬਾਰੇ ਉਹ ਬਿਲਕੁਲ ਸੌ ਜਾਂਦੇ ਨੇ ਜਾਂ ਧਿਆਨ ਨਹੀਂ ਦਿੰਦੇ। ਅਸੀਂ ਅਗਲੀ ਵਾਰੀ ਫੇਰ ਉਹਨਾਂ ਦੇ ਚੱਕਰ 'ਚ ਆਉਂਦੇ ਹਾਂ, ਉਹੀ ਫੇਰ ਦੁਬਾਰਾ ਝੂਠੇ ਵਾਅਦੇ ਕਰਦੇ ਨੇ ਜਾਂ ਸਾਨੂੰ ਬਰਾਈਬ ਕਰਦੇ ਨੇ। ਅਸੀਂ ਫਿਰ ਉਹ ਬਰਾਈਬ ਲੈ ਕੇ, ਚਾਹੇ ਉਹ 500 700 1000 ਰੁਪਏ ਕੋਈ ਦੇ ਜਾਂਦਾ ਵੱਡਾ ਲੀਡਰ ਆ ਕੇ, ਜਾਂ ਕੋਈ ਹੋਰ ਲਾਲਚ ਦੇ ਕੇ ਸਾਡੀਆਂ ਵੋਟਾਂ, ਸਾਡੇ ਮਹੱਲੇ ਦੀਆਂ ਵੋਟਾਂ ਜਾਂ ਸਾਡੇ ਇਲਾਕੇ ਦੀਆਂ ਵੋਟਾਂ ਤੇ ਕਬਜ਼ਾ ਕਰ ਲੈਂਦਾ, ਜਾਂ ਐਸੇ ਬਹੁਤ ਵਾਰ ਲੋਕਾਂ ਨੂੰ ਸਾਡੇ ਕੋਲ ਭੇਜ ਦਿੰਦਾ ਕਿ ਜਿਨ੍ਹਾਂ ਦੀ ਅਸੀਂ ਗੱਲ ਮੋੜ ਨਹੀਂ ਸਕਦੇ। ਬਿਨਾਂ ਸੋਚਿਆ ਅਸੀਂ ਆਪਣੀ ਵੋਟ ਦਾ ਅਧਿਕਾਰ ਕਿਸੇ ਦੇ ਕਹਿਣ ਤੇ ਯੂਜ਼ ਕਰ ਦਿੰਦੇ ਹਾਂ ਤੇ ਫਿਰ ਇੱਕ ਸਭਿਅਕ ਸਮਾਜ ਦਾ ਨਿਰਮਾਣ ਹੋਣਾ ਮੈਨੂੰ ਇਹ ਲੱਗਦਾ ਕਿ ਮੁਸ਼ਕਿਲ ਹੀ ਹੈ। ਸਾਨੂੰ ਹਰ ਇੱਕ ਨੂੰ ਆਪਣੀ ਆਹੂਤੀ ਪਾਣੀ ਪਊਗੀ ਜੇ ਅਸੀਂ ਰੀਅਲ ਡੈਮੋਕ੍ਰੇਸੀ ਦਾ ਆਨੰਦ ਮਾਣਨਾ ਚਾਹੁੰਦੇ ਹਾਂ। ਨਹੀਂ ਤਾਂ ਇਹ ਲੋਕ ਜਿਹੜੇ ਸ਼ਾਇਦ ਉਹਨੇ ਲਾਇਕ ਵੀ ਨਹੀਂ ਹਨ, ਉਹਨੇ ਕਾਬਲ ਵੀ ਨਹੀਂ ਹਨ, ਜਸਟ ਬਿਕਾਜ਼ ਆਫ देयर ਮਨੀ ਪਾਵਰ ਸਾਡੇ ਤੇ ਰੂਲ ਕਰਦੇ ਰਹਿਣਗੇ ਔਰ ਅਸੀਂ ਇਹਨਾਂ ਦੀਆਂ ਜ਼ਾਸਤੀਆਂ ਨੂੰ ਝੱਲਦੇ ਰਹਾਂਗੇ। ਤਾਂ ਸਾਨੂੰ ਇੱਕ ਪੜ੍ਹੇ ਲਿਖੇ ਇਨਸਾਨ ਹੋਣ ਦੇ ਨਾਤੇ ਸਾਡੀ ਸਭ ਦੀ ਇਹ ਜ਼ਿੰਮੇਵਾਰੀ ਬਣਦੀ ਹੈ, ਨਾ ਸਿਰਫ ਅਸੀਂ ਆਪਣੀ ਵੋਟ ਦਾ ਅਧਿਕਾਰ ਵਧੀਆ ਢੰਗ ਨਾਲ ਯੂਜ਼ ਕਰੀਏ, ਬਲਕਿ ਆਪਣੇ ਪਰਿਵਾਰ ਨੂੰ, ਆਪਣੇ ਮਹੱਲੇ ਨੂੰ, ਆਪਣੇ ਇਲਾਕੇ ਵਿੱਚ ਵੀ ਇਹ ਅਵੇਅਰਨੈਸ ਦਈਏ ਕਿ ਸਾਨੂੰ ਵੋਟ ਔਨ ਦੀ ਮੈਰਿਟ ਆਫ ਦੀ ਕੈਂਡੀਡੇਟ ਪਾਣੀ ਚਾਹੀਦੀ ਹੈ, ਨਾਟ ਔਨ ਦੀ ਬੇਸਿਸ ਆਫ ਦੀ ਰਿਲੀਜਨ, ਕਾਸਟ ਜਾਂ ਕੋਈ ਹੋਰ ਪ੍ਰੈਫਰੈਂਸਿਸ ਦੇ ਬੇਸ ਤੇ। ਜਦ ਤੱਕ ਇਹ ਪੋਸੀਬਲ ਨਹੀਂ ਹੁੰਦਾ, ਇਹ ਸਾਡਾ ਜਿਹੜਾ ਇੱਕ ਟ੍ਰੈਂਡ ਸ਼ੁਰੂ ਹੋਇਆ ਹੈ ਕਿ ਹਰ ਕੋਈ ਜਹਾਜ਼ ਚੜ੍ਹ ਕੇ ਵੈਸਟਰਨ ਵਰਲਡ ਵੱਲ ਨੂੰ ਜਾਣਾ ਚਾਹ ਰਿਹਾ, ਕੋਈ ਆਸਾਨ ਨਹੀਂ ਹੈ ਪੁੱਤਰ। ਐਜ਼ ਏ ਪੇਰੈਂਟ ਆਈ ਅੰਡਰਸਟੈਂਡ ਹਾਊ ਡਿਫਿਕਲਟ ਇਜ਼ ਟੂ ਬ੍ਰਿੰਗ ਅਪ ਅ ਚਾਈਲਡ। ਇੱਕ ਬੱਚੇ ਨੂੰ ਬੇਟਾ 17-18 ਸਾਲ ਦਾ ਤੱਕ ਸਪੋਰਟ ਕਰਨਾ ਇੱਕ ਪੇਰੈਂਟ ਲਈ ਕਿੰਨਾ ਮੁਸ਼ਕਿਲ ਹੈ। ਐਜ਼ ਏ ਪੇਰੈਂਟ ਆਈ ਅੰਡਰਸਟੈਂਡ ਕਿੰਨੀਆਂ ਖੁਆਇਸ਼ਾਂ ਆਪਣੀਆਂ ਨੂੰ ਮਾਰਨਾ ਪੈਂਦਾ ਹੈ ਪੇਰੈਂਟ ਨੂੰ, ਤਾਂ ਜਾ ਕੇ ਇੱਕ ਬੱਚੇ ਨੂੰ ਵਧੀਆ ਐਜੂਕੇਸ਼ਨ ਜਾਂ ਵਧੀਆ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾ ਸਕਦੀਆਂ। ਤੇ ਉਹ ਬੱਚਾ ਪੜ੍ਹਨ ਲਿਖਣ ਤੋਂ ਬਾਅਦ, ਮਾਂ ਬਾਪ ਤੋਂ ਇੰਨੀ ਸੇਵਾ ਕਰਵਾਉਣ ਤੋਂ ਬਾਅਦ
ਇੱਕਦਮ ਇੰਨਾ ਸੈਲਫਿਸ਼ ਹੋ ਜਾਂਦਾ ਹੈ ਕਿ ਮੈਂ ਤਾਂ ਬਾਹਰ ਜਾਣਾ ਕੋਈ ਗਲਤ ਗੱਲ ਨਹੀਂ ਹੈ, ਲੇਕਿਨ ਉੱਥੇ ਜਾ ਕੇ ਆਪਣੇ ਆਪ ਨੂੰ ਪੂਰਾ ਉਸੇ ਸਿਸਟਮ 'ਚ ਇੰਡਲਜ ਕਰ ਲੈਣਾ, ਆਪਣੇ ਮਾਂ-ਬਾਪ ਦੀ ਦਿੱਤੀ ਕੁਰਬਾਨੀ ਨੂੰ ਭੁੱਲ ਜਾਣਾ ਜਾਂ ਆਪਣੀ ਜ਼ਿੰਮੇਵਾਰੀ ਨੂੰ ਭੁੱਲ ਜਾਣਾ, ਮੈਂ ਸਮਝਦਾ ਇਹ ਕੋਈ ਵਧੀਆ ਗੱਲ ਨਹੀਂ ਹੈ। ਕਿਉਂ ਮਜਬੂਰੀ ਬਣੀ ਸਾਡੀ ਕਿ ਅਸੀਂ ਹਰ ਕੋਈ ਇੱਥੋਂ ਲੋਨ ਲੈ ਕੇ ਜਾਂ ਆਪਣੀ ਚਲ ਅਚਲ ਸੰਪत्ति ਵੇਚ ਕੇ ਜਾਂ ਕਿਸੇ ਵੀ ਤਰੀਕੇ ਨਾਲ ਪੈਸੇ ਇਕੱਠੇ ਕਰਕੇ ਬਾਹਰ ਜਾਣ ਨੂੰ ਤਿਆਰ ਹੋ ਰਹੇ। ਜਿੰਨੇ ਕੁ ਬੱਚਿਆਂ ਨੂੰ ਮੈਂ ਜਾਣਦਾ, ਮੇਰੇ ਪੁੱਤਰ, ਮੇਰਾ 35 ਸਾਲ ਦਾ ਪੜ੍ਹਾਉਣ ਦੇ ਤਜਰਬੇ ਤੋਂ ਬਹੁਤ ਸਾਰੇ ਮੇਰੇ ਵਿਦਿਆਰਥੀ ਬਾਹਰ ਗਏ ਹੋਏ ਨੇ, ਤੇ ਅਕਸਰ ਉਹ ਜਦੋਂ ਕਦੀ ਇੱਧਰ ਆਉਂਦੇ ਨੇ, ਕੁਝ ਚੰਗੇ ਵਿਦਿਆਰਥੀ ਮਿਲਣ ਵੀ ਆਉਂਦੇ ਨੇ। ਮੇਰਾ ਪਹਿਲਾ ਸਵਾਲ ਹੁੰਦਾ ਹੈ ਕਿ ਬੇਟਾ ਤੁਹਾਡਾ ਉੱਥੇ ਜਾਣਾ ਜਿਹੜਾ ਔਰ ਸੈਟਲ ਹੋਣ ਦਾ ਡਿਸੀਜਨ ਠੀਕ ਹੈ ਜਾਂ ਤੁਸੀਂ ਉਹਨੂੰ ਰਿਗਰੈਟ ਕਰਦੇ ਹੋ, ਜਾਂ ਸੱਚਮੁੱਚ ਤੁਸੀਂ ਮਹਿਸੂਸ ਕਰਦੇ ਹੋ ਕਿ ਲਾਈਫ ਉੱਥੇ ਕੰਫਰਟੇਬਲ ਹੈ। ਇੱਕ ਗੱਲ ਦੀ ਆਵਾਜ਼ ਤਾਂ ਸਾਰੇ ਹੀ ਉਹ ਕਹਿੰਦੇ ਨੇ ਕਿ ਸਰ ਉੱਥੇ ਲਾਈਫ ਜ਼ਿਆਦਾ ਸਿਸਟਮੈਟਿਕ ਹੈ, ਜ਼ਿਆਦਾ ਵੈਲ ਡਿਫਾਈਨਡ ਹੈ, ਲਾ ਆਫ ਦੀ ਲੈਂਡ ਉੱਥੇ ਪ੍ਰਵੇਲ ਕਰਦਾ ਹੈ। ਜੋ ਨਿਜ਼ਮ ਹੈ ਉਹ ਸਾਰਿਆਂ ਲਈ ਹੈ, ਉਹ ਮੰਤਰੀ ਸੰਤਰੀ ਐਂਡ ਆਰਡੀਨਰੀ ਪੀਪਲ ਸਭ ਦੇ ਲਈ ਇੱਕੋ ਜਿਹਾ ਹੈ। ਲੇਕਿਨ ਇੱਥੇ ਜਿਹੜਾ ਕਾਨੂੰਨ ਵੀ ਹੈ ਉਹ ਹੈ ਤਾਂ ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਤਾਂ ਕਹਿੰਦਾ ਹੈ ਕਿ ਕਾਨੂੰਨ ਸਾਰਿਆਂ ਦੇ ਲਈ ਕੀ ਹੈ, ਬਰਾਬਰ। ਲੇਕਿਨ ਆਪਾਂ ਸਾਰੇ ਡੇ ਟੂ ਡੇ ਲਾਈਫ ਦੇਖਦੇ ਹਾਂ ਕਿੱਥੇ ਬਰਾਬਰੀ ਹੈ। ਹੁਣੇ ਕੋਈ VIP ਦੀ ਮੂਵਮੈਂਟ ਹੋ ਜਾਏ, ਸਾਰੀਆਂ ਸੜਕਾਂ ਜਾਮ ਕਰ ਦਿੱਤੀਆਂ ਜਾਂਦੀਆਂ ਨੇ, ਸਾਰੇ ਲੋਕਾਂ ਦੇ ਰੂਟ ਡਾਇਵਰਟ ਕਰ ਦਿੱਤੇ ਜਾਂਦੇ ਨੇ, ਕਿਉਂਕਿ ਉਸ ਨੇ ਉਸ ਰੂਟ ਤੇ ਚੱਲਣਾ ਹੈ। ਉਹ ਕੱਲਾ ਇੱਕ ਬੰਦਾ ਬੈਠਾ ਕਾਰ 'ਚ, 25 ਕਾਰਾਂ ਉਹਦੇ ਅੱਗੇ, 25 ਕਾਰਾਂ ਉਹਦੇ ਪਿੱਛੇ, ਹਾਰਨ ਵਜਾਉਂਦੀਆਂ, ਹੂਟਰ ਵਜਾਉਂਦੀਆਂ, ਜਿਹੜਾ ਕੋਈ ਮਾਤਰ ਵਰਗ ਸੜਕ ਤੇ ਆ ਗਿਆ ਉਹਨੂੰ ਪਰਾਂ ਕਰਾਉਂਦੀਆਂ ਹੋਈਆਂ, ਸਾਰੀ ਸੜਕ ਦੇ ਉੱਤੇ ਕਾਬਜ ਆਪਣਾ ਕਬਜ਼ਾ ਕਰਦਿਆ ਹੋਇਆ। ਕੋਈ ਇਹ ਪਰਵਾਹ ਹੀ ਨਹੀਂ ਹੈ ਕਿ ਆਮ ਆਦਮੀ ਦਾ ਕੀ ਹੋ ਰਿਹਾ, ਕੋਈ ਇਹਦੇ ਬਾਰੇ ਚਿੰਤਨ ਹੀ ਨਹੀਂ ਕਰ ਰਿਹਾ। ਔਰ ਸਾਡੀ ਜਿਹੜੀ ਸੋਚ ਹੈ ਜਾਂ ਸਾਡੀ ਜਿਹੜੀ ਯਾਦਾਸ਼ਤ ਹੈ, ਉਹ ਜਦੋਂ ਸਾਡਾ ਇਲੈਕਸ਼ਨ ਆਉਂਦਾ ਹੈ ਉਦੋਂ ਅਸੀਂ ਭੁੱਲ ਜਾਂਦੇ ਹਾਂ। ਜਦੋਂ ਜਿੱਤ ਕੇ ਉਹਦੀਆਂ ਜਾਸਤੀਆਂ ਨੂੰ ਅਸੀਂ ਮਹਿਸੂਸ ਕਰਦੇ ਹਾਂ, ਫਿਰ ਸਾਨੂੰ ਯਾਦ ਆਉਂਦਾ ਯਾਰ ਮੈਂ ਗਲਤੀ ਕਰਦੀ, ਅਗਲੀ ਵਾਰੀ ਇਹ ਗਲਤੀ ਨਹੀਂ ਕਰੂੰਗਾ, ਅਗਲੀ ਵਾਰੀ ਇਹਨੂੰ ਸਬਕ ਸਿਖਾਵਾਂਗੇ ਜਦੋਂ ਇਹ ਵੋਟਾਂ ਲੈਣ ਆਊਗਾ। ਲੇਕਿਨ ਫਿਰ ਜਦੋਂ ਅਗਲੀ ਵਾਰੀ ਵੋਟਾਂ ਦਾ ਟਾਈਮ ਆਉਂਦਾ ਹੈ, ਫਿਰ ਸਾਡੀ ਯਾਦਾਸ਼ਤ ਤੇ ਪੱਟੀ ਪੈ ਜਾਂਦੀ ਹੈ, ਅੱਖਾਂ ਤੇ ਪੱਟੀ ਬੰਨੀ ਜਾਂਦੀ ਹੈ। ਫਿਰ ਅਸੀਂ ਛੋਟੇ ਛੋਟੇ ਸੈਲਫਿਸ਼ ਗੋਲਸ ਦੇ ਉੱਤੇ, ਸੈਲਫਿਸ਼ ਮੋਟਿਵਸ ਦੇ ਉੱਤੇ ਦੇ ਆਧਾਰ ਤੇ ਵੋਟ ਪਾਉਣ ਦੇ ਲਈ ਮਜਬੂਰ ਹੋ ਜਾਂਦੇ ਹਾਂ, ਤੇ ਫਿਰ ਅਗਲੇ 5 ਸਾਲ ਉਸ ਪੀੜਾ ਨੂੰ ਝੱਲਦੇ ਹਾਂ। ਤਾਂ ਕਿਸੇ ਵੀ ਨਿਰੋਏ ਸਮਾਜ ਦੀ ਉਤਪਤੀ ਲਈ, ਸਮਾਜ ਨੂੰ ਸਿਰਜਣ ਦੇ ਲਈ ਸਾਨੂੰ ਆਪਣੀ ਵੋਟ ਦਾ ਜਿਹੜਾ ਅਧਿਕਾਰ ਹੈ ਬੇਟਾ, ਉਹ ਬਹੁਤ ਸੱਚੇ ਢੰਗ ਨਾਲ ਕਰਨਾ ਚਾਹੀਦਾ ਹੈ। ਔਰ ਇਹ ਇੱਕ ਆਪਣਾ ਕਰਤੱਵ, ਡਿਊਟੀ ਸਮਝ ਕੇ ਕਰਨਾ ਚਾਹੀਦਾ ਹੈ। ਇਹ ਨਹੀਂ ਹੈ ਕਿ ਅੱਜ ਮੈਨੂੰ ਛੁੱਟੀ ਮਿਲ ਗਈ, ਚਲ ਮੈਂ ਤਾਂ ਰਿਲੈਕਸ ਕਰਦਾ। ਜਾਂ ਬਹੁਤ ਹੀ ਵਾਰੀ ਸਾਡੇ ਮਨ 'ਚ ਇਹ ਵੀ ਖਿਆਲ ਹੁੰਦਾ ਯਾਰ ਮੇਰੀ ਵੋਟ ਨਾਲ ਕਿਹੜਾ ਕੋਈ ਫਰਕ ਪੈ ਜਾਣਾ, ਮੇਰੀ ਇਕੱਲੇ ਦੀ ਵੋਟ ਨਾਲ ਕੋਈ ਫਰਕ ਥੋੜ੍ਹਾ ਪੈਣਾ। ਬੇਟਾ ਸਵਾਲ ਇਹ ਹੈ, ਜੇ ਸਾਰੇ ਲੋਕ ਅਸੀਂ ਇਸੇ ਤਰ੍ਹਾਂ ਸੋਚਾਂਗੇ ਕਿ ਮੇਰੀ ਵੋਟ ਨਾਲ ਫਰਕ ਨਹੀਂ ਪੈਣਾ, ਫਿਰ ਤਾਂ ਕਦੀ ਫਰਕ ਪੈ ਹੀ ਨਹੀਂ ਸਕਦਾ। ਆਫਟਰ ਆਲ ਕਿਸੇ ਨਾ ਕਿਸੇ ਨੂੰ ਤਾਂ ਇਨੀਸ਼ੀਏਟਿਵ ਲੈਣਾ ਪੈਣਾ ਹੈ, ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਪੈਣੀ ਹੈ। ਤੇ ਜੇ ਇਹੀ ਗੱਲ ਸਾਡੇ ਸੁਤੰਤਰਤਾ ਸੰਗਰਾਮੀ ਸੋਚਦੇ ਯਾਰ ਮੈਂ ਕਿੱਥੇ ਅੰਗਰੇਜ਼ਾਂ ਨਾਲ ਲੜ ਸਕਦਾ, ਜਾਂ ਮੇਰੇ ਇਕੱਲੇ ਨਾਲ ਕੋਈ ਇੰਡੀਪੈਂਡੈਂਸ ਮਿਲ ਜਾਂਦੀ ਹੈ। ਤੁਸੀਂ ਇਮੈਜਿਨ ਕਰੋ ਕਿੰਨਾ ਵੱਡਾ ਪਾਵਰ ਸੀ ਬ੍ਰਿਟਿਸ਼ਰਸ ਦੀ, ਉਹਨਾਂ ਦੇ ਰਾਜ
ਕਹਿੰਦੇ ਸੀ ਸੂਰਜ ਨਹੀਂ ਛੁਪਦਾ। ਮਤਲਬ ਇੰਨੇ ਕੰਟਰੀਜ਼ ਦੇ ਉੱਤੇ ਉਹਨਾਂ ਦਾ ਰਾਜ ਸੀ ਕਿ ਕਿਸੇ ਨਾ ਕਿਸੇ ਕੰਟਰੀ 'ਚ ਜਦੋਂ ਵੀ ਸੂਰਜ ਹੁੰਦਾ ਸੀ ਉਹ ਕੰਟਰੀ ਉਹਨਾਂ ਦੇ ਅੰਡਰ ਸੀ। ਐਡੀ ਵੱਡੀ ਸਲਤਨਤ ਨੂੰ, ਜਿਹਦੇ ਕੋਲ ਐਡੇ ਹਥਿਆਰ, ਵੈਪਨਸ, ਇੰਨੀ ਪਾਵਰ ਸੀਗੀ, ਸਾਡੇ ਸੁਤੰਤਰਤਾ ਸੰਗਰਾਮੀਆਂ ਨੇ ਬਿਨਾਂ ਕਿਸੇ ਪਾਵਰ ਤੋਂ, ਬਿਨਾਂ ਕਿਸੇ ਪੈਸੇ ਤੋਂ, ਸਿਰਫ ਇੱਕ ਦ੍ਰਿੜ ਇਰਾਦੇ ਨਾਲ ਕਿ ਮੈਂ ਲੜਨਾ ਇਹਨਾਂ ਨਾਲ, ਨਿਸਵਾਰਥ ਆਪਣੀ ਜਾਨਾਂ ਦੀ ਆਹੂਤੀ ਦਿੱਤੀ, ਬਿਨਾਂ ਕਿਸੇ ਕਿ ਮੇਰਾ ਦੇਸ਼ ਸੁਧਰ ਜਾਏ, ਮੇਰੇ ਦੇਸ਼ ਦੇ ਦਿਨ ਵਿਰ ਜਾਣ। ਤੇ ਉਸੇ ਬਦੌਲਤ ਅੱਜ ਅਸੀਂ ਉਹਨਾਂ ਲੋਕਾਂ ਨੂੰ ਅੱਜ ਵੀ ਯਾਦ ਕਰਦੇ ਹਾਂ। ਉਹਨਾਂ ਦੀ ਅਸੀਂ ਦਿਨ ਮਨਾਉਂਦੇ ਹਾਂ, ਉਹਨਾਂ ਦੀ ਯਾਦ 'ਚ ਅਸੀਂ ਹਮੇਸ਼ਾ ਪ੍ਰੋਗਰਾਮ ਕਰਦੇ ਹਾਂ, ਕਿਉਂਕਿ ਉਹਨਾਂ ਨੇ ਜਿਹੜੀ ਆਹੂਤੀ ਪਾਈ ਉਹ ਕੋਈ ਸਧਾਰਨ ਆਹੂਤੀ ਨਹੀਂ ਸੀ। ਸਾਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਪੂਰੇ ਸਮਾਜ ਨੂੰ ਜੇ ਨਹੀਂ ਬਦਲ ਸਕਦਾ ਤਾਂ ਕਮ ਸੇ ਕਮ ਆਪਣੇ ਆਪ ਨੂੰ ਤਾਂ ਬਦਲਾਂਗਾ। ਮੈਂ ਵਾਅਦਾ ਕਰਾਂ ਕਿ ਮੈਂ ਬਦਲ ਜਾਵਾਂ, ਤੇ ਜਦੋਂ ਅਸੀਂ ਇਹ ਵਾਅਦਾ ਕਰ ਲਾਂਗੇ ਕਿ ਮੈਂ ਆਪਣੇ ਆਪ ਨੂੰ ਬਦਲਾਂਗਾ, ਮੈਂ ਮਹਿਸੂਸ ਕਰਨਾ ਮੇਰੇ ਬੇਟੋ ਕਿ ਇਹ ਬਦਲਾਵ ਆਉਣਾ ਸ਼ੁਰੂ ਹੋ ਜਾਊਗਾ। ਬੂੰਦ ਬੂੰਦ ਨਾਲ ਘੜਾ ਭਰਦਾ ਹੈ ਬੇਟੇ। ਜਦੋਂ ਅਸੀਂ ਇਹ ਸੋਚ ਲਿਆ ਕਿ ਅਸੀਂ ਬਦਲਾਵ ਲਿਆਣਾ ਤਾਂ ਫਿਰ ਕੋਈ ਤੁਹਾਨੂੰ ਰੋਕ ਨਹੀਂ ਸਕਦਾ। ਸਭ ਤੋਂ ਪਹਿਲਾਂ ਸਾਨੂੰ ਆਪਣੇ ਧਿਆਨ 'ਚ ਲਿਆਣੀ ਪੈਣੀ ਹੈ ਕਿ ਗੱਲ, ਜਦ ਤੱਕ ਅਸੀਂ ਕਿਸੇ ਚੀਜ਼ ਦੇ ਵੱਲ ਧਿਆਨ ਨਹੀਂ ਲਾਉਂਦੇ ਉਦੋਂ ਤੱਕ ਮੈਂ ਸਾਇੰਸ ਦਾ ਵਿਦਿਆਰਥੀ ਹੋਣ ਦੇ ਨਾਤੇ ਇਹ ਸਮਝਦਾ ਉਧਰ ਸਾਡੀ એનર્ਜੀ ਨਹੀਂ ਲੱਗਦੀ, ਔਰ ਜਿਸ ਕੰਮ 'ਚ એનર્ਜੀ ਨਹੀਂ ਲੱਗਦੀ ਉਹ ਕੰਮ ਪੂਰਾ ਨਹੀਂ ਹੋ ਸਕਦਾ। ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਅਸੀਂ એનર્ਜੀ ਦਾ ਸਹਾਰਾ ਲੈਂਦੇ ਹਾਂ, ਤੇ એનર્ਜੀ ਤਾਂ ਲੱਗੂਗੀ ਜੇ ਅਸੀਂ ਕੋਈ ਚੀਜ਼ ਧਿਆਨ 'ਚ ਲਿਆਵਾਂ। ਸੋ ਮੈਂ ਮਹਿਸੂਸ ਕਰਨਾ ਜਿਹੜਾ ਸਕਸੈਸ ਮੰਤਰ ਹੈ ਬੇਟਾ, ਇਫ ਯੂ ਫੋਕਸ the energy flows, and when energy flows वो काम ने तो वो नहीं होना, उन्हें कौन रोक सकता है बेटा? nobody can stop। वो टाइम तो लग सकता है, दिन लगे, 2 लगन, महीना लगे, साल लगे, 2 साल लगन, वो डिपेंड करता है किन्ने अफेक्टिवली असी एफर्ट्स ला रहे हैं। बट ये मैं महसूस नहीं करता या मैं ये नहीं सोचता कि जिस काम दे वाल असी ये सोच लीए भी ये काम करना है तो काम कभी पूरा नहीं हो। फेलियर्स आर दोज हु स्टॉप अटेम्प्टिंग। पहली बारी तुसी कामयाब नहीं होए, तुसी दूसरी बारी कामयाब हो सकते हो बेटा। दूसरी बारी नहीं होए तुसी तीसरी बारी कामयाब हो सकते हो, तीसरी बारी नहीं तुसी चौथी बारी कामयाब हो सकते हो। फेलियर तो ता हो जे तुसी उस तो बाद अटेम्प्ट करनी बंद करती। आ जिहड़े बल्लभ दा आनंद तुसी लै रहे हो मेरे बेटे, ये कोई एक दिन च नहीं बनया। एडिसन ने हंड्रेड्स ऑफ टाइम एक्सपेरिमेंट किया ते उहदे नाल दे लोग उन्होंने ताने मारदे कि यार तू हर बारी कहना मेरा बल्लभ जल जाना है, जलदा तो है नहीं, सो यू आर ए बिग फेलियर। वो बड़े प्यार नाल कहंदा आई एम नॉट ए फेलियर, ओनली एडिसन इन दिस वर्ल्ड नोज कि आ गैस पान दे नाल बल्लभ नहीं चलिया, क्योंकि मैं इनू परख लिया है, मैं इसका तजर्बा करके देख लिया भी ये नहीं बनया। बट ही कंटिन्यूड विद हिज एक्सपेरिमेंट्स एंड अल्टीमेटली ही सक्सीडेड। असीं अज सारे रात के अंधेरे नूं भी दिन वानू चमकान दे विच उसका आनंद लै रहे। तो जे वो भी ये सोच के बेटा बंद कर दिंदा कि यार मैं इन्नी बारी फेल हो गया, मेरा तो काम बनता नहीं, तो फिर तो बेटा अज असी इस रोशनी का आनंद मान ही नहीं सकते। सो मेरा भाव मेरे पुत्र ये गल दसन का ये है कि जदों असी किसी भी चीज़ वाल ध्यान लगावांगे बेटे पुत्र, उन्हें पूरा होना ही होना है। तुसीं ये ध्यान ला लो कि यार मैं वधिया नंबरां 'च पास होना, इस गल नूं अपने ध्यान 'च लै आओ
ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ ਤੁਹਾਡੀ ਬੇਟਾ ਐਕੈਡੈਮਿਕ ਪਰਫਾਰਮੈਂਸ ਇੰਪਰੂਵ ਹੋਣੀ ਸ਼ੁਰੂ ਹੋ ਜਾਊਗੀ। ਤੁਸੀਂ ਇਸ ਗੱਲ ਵੱਲ ਧਿਆਨ ਲਾ ਲਓ ਕਿ ਮੈਂ ਆਪਣੇ ਕਾਲਜ ਨੂੰ ਸੁੰਦਰ ਬਣਾਉਣਾ ਹੈ। ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ ਮੇਰੇ ਪੁੱਤਰ ਯੂ ਵੁੱਡ ਸੀ देयर वुड बी अ चेंज, क्योंकि ਤੁਸੀਂ ਛੋਟੀ ਛੋਟੀ ਆਹੂਤੀ ਪਾਣੀ ਸ਼ੁਰੂ ਕਰ ਦਿੱਤੀ। सफाई नहीं की, कम से कम गंद पाना ही बंद करता, कोई कागज सिटना बंद करता, या कोई सिटता उन्होंने रोकता कि नहीं यार डस्टबिन लगे वो कागज पाइए। तो जो असी इस सारी चीज़ नाल आप जुड़ जाएंगे मेरा पुत्र इस मुहिम के नाल, तो मैनू ऐ लगता है जिड्डी तुहाडी शक्ति है, जिड्डी यूथ की शक्ति है, उस दे नाल कोई भी काम असंभव नहीं रहता। सो यही मैं उम्मीद करता अपने विद्यार्थियों तो, यही तुहाडी एजुकेशन का बेटा मीनिंग है साडा। तुहानू सरकारां इन्ना खर्चा करके पढ़ा रही ने, तुसी इमेजिन नहीं कर सकते कि सरकार का कितना खर्चा हो रहा है। ऑफ कोर्स दैट मनी इज बीइंग कंट्रीब्यूटेड बाय द पीपल ऑफ द स्टेट आल्सो, बट सरकार उत्ते कितना खर्च कर रही है तुहाडे ते तुसी मेरे पुत्र कॉलेज आके बाहर ही खड़े रह रहे हो। क्लास के अंदर आना भी तो औखा लगता है। तुहाडे पेरेंट्स की कितनी वड्डी कंट्रीब्यूशन है मेरे पुत्र कि तुहानू स्कूल भेजना, कॉलेज भेजना, तुहाडी फीस देना बहुत मुश्किल है मेरे पुत्र। एज ए पेरेंट आई अंडरस्टैंड किन्नियां ख्वाहिशां नूं अपनियां नूं अंदरों ही अंदर मारदे होणगे, तद जाके तुहाडी एजुकेशन लई बेटा फंड निकालते हैं। लेकिन तुसी इस गल के बारे कभी ध्यान ही नहीं दिंदे। एज ये तो उन्होंने ड्यूटी सी, बिल्कुल उन्होंने ड्यूटी भी है, बट तुहाडी भी तो कोई ड्यूटी बनती है। जो उन्होंने अपनी ड्यूटी निभाई है तो तुहाडा भी तो फर्ज बनता है तुसी भी अपनी ड्यूटी निभाओ। तुसी भी ध्यान नाल पढ़ो, मेहनत नाल पढ़ो, ताकि चंगे नंबरां नाल तुसी पास होवो और चंगियां नौकरियां ते काबज हो। सो मेरे बेटे वोटर डे के दिन ते मैं सारिਆਂ ਨੂੰ ਇਹ अपील करना कि असी अपनी वोट एक वोट ਨੂੰ अपने परिवार की एक वोट ਨੂੰ बहुत जुडिशियसली यूज करिए और ਇਹਦਾ इस्तेमाल करिए। ये ना होवे कि सानू सरकार ने एम्पावर किया सी कि तुसी अपनी सरकार चुनो तो असी उस पावर उस अधिकार का यूज ही नहीं किया, तो फिर क्रिप करने का कोई फायदा नहीं है। फिर ये कहना कि साडा सिस्टम चंगा नहीं है, चंगा कित्थों होना सी? तुहानू मौका दिंदा है साडा कॉन्स्टिट्यूशन कि तुसी चंगे बंदे चुन लो। लेकिन जे तुसी इन्नी भी तकलीफ झल्लन दे आप योग अपने आप में समझते कि यार मैं उठ के सवेरे उठ के 10 मिनट लगन, अद्धा घंटा लगे अपने पोलिंग बूथ से जाके अपनी वोट टाइम से पा के आवा, ना सिर्फ अपनी पावा बल्कि अपने परिवार के या अपने आले दुआले के लोगों को अवेयर करा। नहीं यार आप चंगे कैंडीडेट को वोट पाइए, सियाने कैंडीडेट को वोट पाइए, ताकि साडे कोल वधिया लीडर बनन जो साडे बारे सोचन, लोगों बारे सोचन, ना कि वो अपने बारे सोचन। तो जब तक ये चीज़ साडे माइंडसैट नहीं आउंदी बेटा, मैं नहीं समझदा कि असी कोई चंगी सरकार काबज कर पावांगे। जब तक चंगी सरकार नहीं आउंदी साडियां जिहड़ियां मुसीबतां ने मेरे पुत्र उस तरह रहनियां ने। कोई छोटी मोटियां बदलाव आई जाते हैं, वो सानू फ्रीबीज दे देंगे ने, आ करता। मुद्दा मेरे पुत्र फ्रीबीज का नहीं है, मुद्दा दाल रोटी का नहीं है। ये तो सानू एक लोभ एक लालच देता भी तुहानू 5 किलो आटा मुफ्त देता, तुहानू 10 किलो राशन मुफ्त देता, वो तो सानू एक ब्राइब है, मैं समझदा करप्शन है। जिदा असी स्टार्ट कर दें घर च पुत्र आ काम करते तेन आ चीज़ लै देनी, वी स्टार्ट द करप्शन एट अवर होम, तू फर्स्ट आ जा फिर तेन आ साइकिल लै देना। असी लोग शुरू तो ही पाना शुरू कर, असी ये सोचते नहीं असी आप ही स्टार्ट कर रहे हैं या आ काम कर रहे हैं। पुत्र तेन समान लाया जेडे 2 रुपए बचे वो तू रख ली, असी भी
ਜਦੋਂ 2 ਰੁਪਏ ਬਚਣਗੇ ਉਦੋਂ ਕੰਮ ਕਰ ਰਿਹਾ ਨਾ। ਤੀਜੀ ਵਾਰੀ ਜਦੋਂ 2 ਰੁਪਏ ਨਾ ਬਚੇ, ਬਾਪੂ ਮੈਂ ਨਹੀਂ ਜਾਂਦਾ ਕੰਮ ਕਰਨ, ਕਿਉਂਕਿ ਪੈਸਾ ਤਾਂ ਬਚਿਆ ਨਹੀਂ, ਮੈਨੂੰ ਕੀ ਫਾਇਦਾ ਹੋਇਆ। ਇਹ ਨਹੀਂ ਸੋਚਦੇ ਵੀ ਮੇਰੀ ਵੀ ਤਾਂ ਜ਼ਿੰਮੇਵਾਰੀ ਹੈ। ਜਿਹੜਾ ਕੋਈ ਕੰਮ ਕਿਹਾ ਉਹ ਸਾਰੇ ਪਰਿਵਾਰ ਦੇ ਕੰਮ ਆਉਣਾ। ਜੇ ਕੋਈ मैं सामान लेके आया, सब्जी खरीद के ले आया, राशन खरीद के ले आया, तो सारे परिवार ने खाना है, वो तुम ही खाना है। लेकिन असी एक्स्ट्रा भार, यही माइंडसैट साडी समाज च आ गया। मेरे मित्र, सानू वधिया तनख्वाह सरकार दिंदी है, राइट ही है, मैनू एक्स्ट्रा की मिलिया, ये तो सारिਆਂ ਨੂੰ मिलती है। ते असी काम करन लगे कई बारी कुछ होर एक्स्ट्रा भालदे भी, ਉਹਦੀ ਡਿਊਟੀ ਹੈ, ਮੇਰੀ ਡਿਊਟੀ ਹੈ ਤੁਹਾਨੂੰ ਪੜਾਵਾਂ, ਮੇਰੀ ਡਿਊਟੀ ਹੈ, ਜਿਸ ਕਰਕੇ ਮੈਨੂੰ ਸਰਕਾਰ ਤਨਖਾਹ ਦਿੰਦੀ ਹੈ, ਮੈਂ ਪੂਰੀ ਕਰਨ ਲਈ ਟੋਕਦੇ ਤਾਂ ਮੈਂ ਸਮਝਦਾ ਕਿਤੇ ਨਾ ਕਿਤੇ ਅਸੀਂ ਸਾਰੇ ਇਸ ਸਿਸਟਮ ਨੂੰ ਡਿਟੀਰੀਓਰੇਟ ਕਰਨ 'ਚ ਭਾਗੀਦਾਰ ਹਾਂ। ਤਾਂ ਮੈਂ ਅਪੀਲ ਕਰਦਾ ਮੇਰੇ ਪੁੱਤਰ, ਤੁਸੀਂ ਬਹੁਤ ਹੀ ਸੂਝਵਾਨ ਔਰ ਸਿਆਣੇ ਵਿਦਿਆਰਥੀ ਹੋ, ਤੁਸੀਂ ਇੱਕ चंगी सुची सोच उत्पन्न करो अपने अंदर, जिस दे नाल इस देश का बदलाव आवे। ते जो असी सोचते हैं कि 7 समुंदर पार करके सानू कोई फैसिलिटी मिलनी है, वाई कांट वी गेट द सेम फैसिलिटी एट आवर नेटिव विलेज, एट आवर ओन टाउन, इन आवर ओन इंस्टीट्यूशन, इन आवर ओन स्टेट, इन आवर ओन कंट्री। ये सोच ਤੁਹਾਨੂੰ ਆਪਣੇ ਅੰਦਰ ਪੈਦਾ ਕਰਨੀ ਪਊਗੀ ਔਰ ਉਹਦੇ ਲਈ ਤੁਹਾਨੂੰ ਆਪਣੀਆਂ ਡਿਊਟੀਆਂ ਦਾ ਵੀ ਪ੍ਰੋਪਰ ਯੋਗਦਾਨ ਕਰਨਾ ਪਊਗਾ। ਜੇ ਤੁਸੀਂ ਡਿਊਟੀਆਂ ਪ੍ਰੋਪਰ ਨਹੀਂ ਨਿਭਾਓਗੇ ਤਾਂ ਮੇਰੇ ਪੁੱਤਰ ਫਿਰ ਰਾਈਟਸ ਦੀ ਵੀ ਇੱਛਾ ਨਾ ਰੱਖੋ ਕਿ ਠੀਕ ਹੈ ਜਿੱਦਾਂ ਸਿਸਟਮ ਚੱਲਦਾ ਉਹ ਚੱਲੀ ਜਾਣਾ। ਸੋ ਜੇ ਤੁਸੀਂ ਬਦਲਾਅ ਚਾਹੁੰਦੇ ਹੋ ਤਾਂ ਮੇਰੇ ਪੁੱਤਰ ਸਾਨੂੰ ਆਪਣੀ ਡਿਊਟੀ ਦੇ ਪ੍ਰਤੀ ਬਹੁਤ ਹੀ संजीदा होने की लोड़ है, बहुत ही ध्यान नाल काम करने की लोड़ है, ताकि असी अपने लिए, अपनी आने वाली जनरेशन लिए एक चंगा समाज सर सकें। सो मैं बहुत धन्यवादी हाँ प्रोफैसर चंदन जी का, सारे समूह स्टाफ का, तुहाडा सारे विद्यार्थियों का जिन्होंने इस फंक्शन को कामयाब करने अपना योगदान पाया। थैंक यू वेरी मच।